ਸੋ ਅਸੀਂ ਹੁਣ ਪੜ੍ਹਾਂਗੇ ਗੁਰੂ ਮਹਿਲਾਂ ਦੀ ਨਿਵੇਕਲੀ ਦੇਣ, ਜੋ ਕਿ ਡਾਕਟਰ ਜਸਪਾਲ ਸਿੰਘ ਦਾ ਲਿਖਿਆ ਹੋਇਆ ਲੇਖ ਹੈ। ਇਹ ਸਾਡੀ ਬੁੱਕ ਪੰਜਾਬੀ ਗਾਈਡ ਦੇ ਵਿੱਚ ਜਿਹੜੀ ਹੈ, ਪੰਜਾਬੀ ਜਿਹੜੀ ਸਾਡੀ ਬੁੱਕ ਲੱਗੀ ਹੋਈ ਹੈ BSc ਸੈਕਿੰਡ ਸੈਮ ਦੇ ਵਿੱਚ, ਉਸ ਵਿੱਚੋਂ ਲਿਆ ਗਿਆ ਹੈ। ਇਹਦੇ ਵਿੱਚ ਗੱਲ ਕਰ ਰਹੇ ਹਾਂ ਅਸੀਂ ਜਸਪਾਲ ਸਿੰਘ ਦੇ ਲੇਖ ਗੁਰੂ ਮਹਿਲਾਂ ਦੀ ਨਿਵੇਕਲੀ ਦੇਣ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ। ਸੋ ਅਸੀਂ ਕੀ ਲਿਖਾਂਗੇ? ਗੁਰੂ ਮਹਿਲਾਂ ਦਾ ਵਡਮੁੱਲਾ ਯੋਗਦਾਨ। ਸਿੱਖ ਪੰਥ ਦੀ ਨੁਹਾਰ ਨਿਸ਼ਚਿਤ ਕਰਨ ਵਿੱਚ ਗੁਰੂ ਮਹਿਲਾਂ ਨੇ ਉਚੇਚਾ ਯੋਗਦਾਨ ਪਾਇਆ। ਬੇਸ਼ੱਕ ਗੁਰੂ ਮਹਿਲਾਂ ਦੀ ਇਸ ਬਹੁਮੁੱਲੀ ਦੇਣ ਬਾਰੇ ਇਤਿਹਾਸਕ ਸਰੋਤਾਂ ਤੋਂ ਬਹੁਤ ਘੱਟ ਸਾਮੱਗਰੀ ਪ੍ਰਾਪਤ ਹੁੰਦੀ ਹੈ, ਪਰੰਤੂ ਫਿਰ ਵੀ ਅਜਿਹੇ ਠੋਸ ਹਵਾਲੇ ਮਿਲਦੇ ਹਨ ਜਿਨ੍ਹਾਂ ਤੋਂ ਇਹ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਗੁਰੂ ਮਹਿਲਾਂ ਨੇ ਸਿੱਖੀ ਦਾ ਮਹਲ ਉਸਾਰਨ ਵਿੱਚ ਬੁਨਿਆਦ ਦਾ ਕੰਮ ਕੀਤਾ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿੱਥੇ ਗੁਰੂ ਸਾਹਿਬਾਨ ਆਪਣਾ ਸਾਰਾ ਸਮਾਂ ਸ਼ਕਤੀ ਤੇ ਸਧਾਰਨ ਲੋਕਾਂ ਨੂੰ ਰੂਹਾਨੀ ਅਗਵਾਈ ਦੇਣ ਵਿੱਚ ਲਾ ਦਿੰਦੇ ਸਨ, ਉੱਥੇ ਗੁਰੂ ਸਾਹਿਬਾਂ ਦੇ ਉਦੇਸ਼ ਦੀ ਪ੍ਰਾਪਤੀ ਲਈ ਪੂਰੇ ਜੀ ਜਾਨ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹਿੰਦੇ ਸਨ। ਗੁਰੂ ਦਰਬਾਰ ਦੇ ਰੱਖ ਰਖਾਵ ਤੇ ਨਿਤਨੇਮ ਦੇ ਕਾਰਜਾਂ ਦਾ ਨਿਰਵਾਹ ਗੁਰੂ ਮਹਿਲਾਂ ਦੇ ਜ਼ਿੰਮੇ ਸੀ ਅਤੇ ਉਹਨਾਂ ਦੇ ਪ੍ਰਬੰਧ ਹੇਠ ਹੀ ਗੁਰੂ ਘਰ ਦੀਆਂ ਪਰੰਪਰਾਵਾਂ ਦੀ ਪਰਿਪੱਕਤਾ ਨਿਸ਼ਚਿਤ ਹੋ ਰਹੀ ਸੀ। ਜਾਪਦਾ ਹੈ ਕਿ ਗੁਰੂ ਪਰੰਪਰਾ ਦੇ ਦੌਰਾਨ ਗੁਰੂ ਮਹਿਲਾਂ ਦਾ ਕਾਰਜ ਖੇਤਰ ਵੀ ਪੂਰੀ ਤਰ੍ਹਾਂ ਨਿਰਧਾਰਿਤ ਸੀ ਅਤੇ ਗੁਰੂ ਪਰੰਪਰਾ ਦੇ ਨਾਲ ਗੁਰੂ ਮਹਿਲ ਪਰੰਪਰਾ ਵੀ ਆਪਣੇ ਆਪ ਵਿੱਚ ਇੱਕ ਸੰਸਥਾ ਦੇ ਰੂਪ ਵਿੱਚ ਵਿਚਰ ਰਹੀ ਸੀ। ਮਾਤਾ ਖੀਵੀ ਜੀ। ਗੁਰੂ ਅੰਗਦ ਦੇਵ ਜੀ ਦੇ ਗੁਰੂ ਕਾਲ ਵਿੱਚ ਜਿਹੜੀ ਲੰਗਰ ਦੀ ਸੰਸਥਾ ਪਰਿਪੱਕ ਹੋਈ, ਉਸ ਦਾ ਸਿਹਰਾ ਗੁਰੂ ਜੀ ਦੀ ਸੁਪਤਨੀ ਮਾਤਾ ਖੀਵੀ ਜੀ ਨੂੰ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਹਨਾਂ ਨੂੰ ਨੇਕਜਨ ਕਹਿ ਕੇ ਵਡਿਆਇਆ ਗਿਆ ਹੈ। ਲੰਗਰ ਦਾ ਸਾਰਾ ਪ੍ਰਬੰਧ ਹੀ ਮਾਤਾ ਖੀਵੀ ਜੀ ਦੇ ਹੱਥਾਂ ਵਿੱਚ ਸੀ, ਜਿਸ ਦੀ ਪ੍ਰੋੜਤਾ ਸੱਤਾ ਬਲਵੰਡ ਦੀ ਵਾਰ ਵਿੱਚੋਂ ਵੀ ਹੁੰਦੀ ਹੈ, ਜਿਸ ਵਿੱਚ ਇਸ ਗੱਲ ਦੀ ਸਲਾਹੁਤਾ ਕੀਤੀ ਗਈ ਹੈ ਕਿ ਗੁਰੂ ਘਰ ਵਿੱਚ ਇੱਕ ਪਾਸੇ ਨਾਮ ਦੀ ਦੌਲਤ ਲੋਕਾਂ ਦੀ ਝੋਲੀ ਪੈ ਰਹੀ ਸੀ ਤੇ ਦੂਜੇ ਪਾਸੇ ਲੰਗਰ ਵਿੱਚ ਤਰ੍ਹਾਂ ਤਰ੍ਹਾਂ ਦੇ ਭੋਜਨ ਤੇ ਘਿਓ ਵਾਲੀ ਖੀਰ ਵੰਡੀ ਜਾ ਰਹੀ ਸੀ। ਬਲਵੰਡ ਖੀਵੀ ਨੇਕ ਜਨ ਜਿਸ ਬਹੁਤ ਛਾਉ ਪਤਰਾਲੀ, ਲੰਗਰ ਦੌਲਤ ਵੰਡੇ ਐ ਰਸ ਅੰਮ੍ਰਿਤ ਖੀਰ ਘਿਆਲੀ। ਭਾਈ ਵੀਰ ਸਿੰਘ ਲਿਖਦੇ ਹਨ ਕਿ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਹੁਕਮ ਦੀ ਪਾਲਣਾ ਕਰਦਿਆਂ ਗੁਰੂ ਅੰਗਦ ਦੇਵ ਜੀ ਨੇ ਅੰਨ ਦੇਗ ਦਾ ਕੜਛਾ ਮਾਤਾ ਖੀਵੀ ਜੀ ਨੂੰ ਫੜਾਇਆ, ਜਿਵੇਂ ਭਵਿੱਖ ਵਿੱਚ ਬੋਹੜ ਬਣ ਜਾਣ ਵਾਲੇ ਕਿਸੇ ਵੱਡੇ ਦਰਖਤ ਦੀ ਪੌਦ ਉਹਨਾਂ ਦੇ ਸੁਪਰਦ ਕੀਤੀ ਗਈ ਹੋਵੇ। ਫਲਸਰੂਪ ਮਾਤਾ ਖੀਵੀ ਜੀ ਦੀ ਸਰਪ੍ਰਸਤੀ ਹੇਠ ਲੰਗਰ ਸੇਵਾ ਵਿਕਸਿਤ ਹੋ ਕੇ ਇੱਕ ਪੂਰੀ ਸੰਸਥਾ ਦੇ ਰੂਪ ਵਿੱਚ ਸਿੱਖ ਪਰੰਪਰਾ ਦਾ ਅੰਗ ਬਣ ਗਈ। ਮਾਤਾ ਗੰਗਾ ਜੀ। ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਮਾਤਾ ਗੰਗਾ ਜੀ ਨੂੰ ਵੀ ਸਿੱਖ ਇਤਿਹਾਸ ਵਿੱਚ ਬੜਾ ਗੌਰਵਮਈ ਸਥਾਨ ਪ੍ਰਾਪਤ ਹੈ। ਉਹਨਾਂ ਗੁਰੂ ਘਰ ਵਿੱਚ ਉਦੋਂ ਪ੍ਰਵੇਸ਼ ਕੀਤਾ ਜਦੋਂ ਸਿੱਖ ਧਰਮ ਦੀਆਂ ਮਹੱਤਵਪੂਰਨ ਸੰਸਥਾਗਤ ਬਣਤਰਾਂ ਦਾ ਨਿਰਮਾਣ ਹੋ ਰਿਹਾ ਸੀ। ਮਾਤਾ ਜੀ ਦੀ ਭੂਮਿਕਾ ਨੂੰ ਅਸੀਂ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ। ਇੱਕ, ਗੁਰੂ ਅਰਜਨ ਦੇਵ ਜੀ ਦੇ ਨਾਲ ਵਿਆਹ 1589 ਈਸਵੀ ਤੋਂ ਲੈ ਕੇ ਗੁਰੂ ਜੀ ਦੀ ਸ਼ਹਾਦਤ 1606 ਈਸਵੀ ਤੱਕ ਦਾ ਸਮਾਂ, ਤੇ ਦੂਸਰਾ ਗੁਰੂ ਜੀ ਦੀ ਸ਼ਹਾਦਤ ਤੋਂ ਲੈ ਕੇ ਮਾਤਾ ਜੀ ਦੇ ਜੋਤੀ ਜੋਤ ਸਮਾਉਣ 1628 ਈਸਵੀ ਤੱਕ ਦਾ ਸਮਾਂ। ਪਹਿਲੇ ਸਮੇਂ ਵਿੱਚ ਉਹਨਾਂ ਗੁਰੂ ਘਰ ਦੇ ਰੱਖ ਰਖਾਓ ਤੇ ਸੰਗਤਾਂ ਦੀ ਸੇਵਾ ਸੰਭਾਲ ਦਾ ਕੰਮ ਕੀਤਾ। ਸ਼੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਦੇ ਕਾਰਜ ਵਿੱਚ ਪਰੋਖ ਰੂਪ ਵਿੱਚ ਗੁਰੂ ਸਾਹਿਬ ਦੀ ਸਹਾਇਤਾ ਕੀਤੀ। ਦੂਜੇ 28 ਸਾਲਾਂ ਦੇ ਸਮੇਂ ਵਿੱਚ ਆਪ ਦੀ ਭੂਮਿਕਾ ਬਹੁਤ ਨਿਰਣਾਇਕ ਕਿਸਮ ਦੀ ਸੀ। ਇਸੇ ਸਮੇਂ ਵਿੱਚ ਗੁਰੂ ਹਰਗੋਬਿੰਦ ਜੀ ਨੇ ਗੁਰਗੱਦੀ ਸੰਭਾਲੀ। ਇਸੇ ਸਮੇਂ ਵਿੱਚ ਗੁਰੂ ਹਰਗੋਬਿੰਦ ਜੀ ਨੇ ਗੁਰਗੱਦੀ ਸੰਭਾਲੀ ਤੇ ਸਿੱਖ ਧਰਮ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਦਾ ਦੌਰ ਆਰੰਭ ਹੋਇਆ ਤੇ ਮਾਤਾ ਜੀ ਇਸ ਨਾਲ ਸੰਬੰਧਿਤ ਹਰ ਘਟਨਾ ਨਾਲ ਜੁੜੇ ਰਹੇ। ਅਸਲ ਵਿੱਚ ਇਤਿਹਾਸ ਨੇ ਮਾਤਾ ਜੀ ਨੂੰ ਬਹੁਤ ਹੀ ਉਚੇਰੀ ਭੂਮਿਕਾ ਨਿਭਾਉਣ ਦਾ ਮੌਕਾ ਦਿੱਤਾ ਸੀ। ਉਹਨਾਂ ਦੇ ਆਪਣੇ ਸਾਹਮਣੇ ਹੀ ਸ਼੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਹੋਈ, ਉਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ। ਬਾਬਾ ਬੁੱਢਾ ਜੀ ਉੱਥੋਂ ਦੇ ਪਹਿਲੇ ਗ੍ਰੰਥੀ ਥਾਪੇ ਗਏ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਸਦਮਾ ਸਹਾਰਿਆ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੂੰ ਜਨਮ ਦਿੱਤਾ। ਅਕਾਲ ਤਖਤ ਦੀ ਉਸਾਰੀ ਦਾ ਮਹਾਨ ਕਾਰਜ ਹੁੰਦਾ ਦੇਖਿਆ। ਸਿੱਖ ਧਰਮ ਨੂੰ ਹਥਿਆਰਬੰਦ ਹੋ ਕੇ ਇੱਕ ਫੌਜ ਦੇ ਰੂਪ ਵਿੱਚ ਸੰਗਠਿਤ ਹੁੰਦਿਆਂ ਤੇ ਹਾਕਮਾਂ ਨੂੰ ਚੁਣੌਤੀ ਦਿੰਦਿਆਂ ਦੇਖਿਆ। ਮਾਤਾ ਜੀਤੋ ਜੀ ਦੀ ਭੂਮਿਕਾ ਨੇ ਖਾਲਸੇ ਦੇ ਸੁਭਾਅ ਤੇ ਸੀਰਤ ਵਿੱਚ ਇੱਕ ਨਿਰੰਤਰ ਗੁਣ ਉਭਾਰਨ ਦਾ ਕੰਮ ਕੀਤਾ। ਜਦੋਂ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਦੀ ਸਿਰਜਣਾ ਲਈ ਅੰਮ੍ਰਿਤ ਦਾ ਬਾਟਾ ਤਿਆਰ ਕਰ ਰਹੇ ਸਨ ਤਾਂ ਮਾਤਾ ਜੀ ਨੇ ਆ ਕੇ ਉਸ ਵਿੱਚ ਪਤਾਸਿਆਂ ਵਿੱਚ ਮੁੱਠ ਪਾ ਦਿੱਤੀ। ਇਹ ਸੰਕੇਤ ਸੀ ਉਸ ਮਿਠਾਸ ਵੱਲ ਜਿਹੜੀ ਖਾਲਸੇ ਦੇ ਵਿਹਾਰ ਵਿੱਚ ਸਮੋਈ ਹੋਣੀ ਚਾਹੀਦੀ ਸੀ। ਗੁਰੂ ਸਾਹਿਬ ਨੇ ਮਾਤਾ ਜੀਤੋ ਜੀ ਦੇ ਇਸ ਯੋਗਦਾਨ ਦੀ ਸਰਾਹਨਾ ਕਰਦਿਆਂ ਫਰਮਾਇਆ, ਭਲੋ ਪਿਓ ਤੂੰ ਚੱਲ ਕਰੀ ਆਈ, ਨੀਰ ਬਿਖੇ ਪਾਈ ਮਧੁਰਾਈ, ਨਾਤ
पुत्र पंथ होत बड करूरा, तेज क्रोध कलहा करी पूरा, अपन बिगाना समझत नाही, थरत जंग दिन रैन बिताही, मिली आस मही मोहन करिही, रिस मोह भरे शस्त्र परिहरिही, टब मिष्टान जो पायो तोही, याते प्यार परस्पर मोही। माता ਸਾਹਿਬ ਕੌਰ ਜੀ। ਮਾਤਾ ਸਾਹਿਬ ਕੌਰ ਜੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸੇ ਦੀ ਮਾਤਾ ਹੋਣ ਦਾ ਖਿਤਾਬ ਪ੍ਰਾਪਤ ਸੀ। ਗੁਰੂ ਜੀ ਨੇ ਉਸ ਨਾਲ ਆਪਣੇ ਰੂਹਾਨੀ ਰਿਸ਼ਤੇ ਨੂੰ ਨਿਭਾਉਂਦਿਆਂ ਉਸ ਦੀ ਗੋਦ ਖਾਲਸਾ ਪੁੱਤਰ ਨਾਲ ਭਰ ਦਿੱਤੀ। ਗੁਰਪ੍ਰਤਾਪ ਸੂਰਜ ਗ੍ਰੰਥ ਮੁਤਾਬਿਕ ਗੁਰੂ ਜੀ ਨੇ ਪ੍ਰਸੰਨ ਹੋ ਕੇ ਬਚਨ ਕੀਤਾ ਸੀ, ਲਾਖ ਹੂੰ ਕੋ ਇਹ ਗਣਤ ਨਾ ਆਵੇ, ਜਗ ਮੈਂ ਥਿਰ ਨਿਤ ਜਨਮ ਸੁਪਾਵੇ, ਸਕਲ ਸਿੰਘ ਆਪਣੇ ਸੁਤ ਜਾਨੋ, ਸੁਜਮ ਪ੍ਰਤਾਪ ਬਪਾਏ ਮਹਾਨੋ, ਪੁੱਤਰ ਖਾਲਸਾ ਤੇਰੇ ਪਿਓ, ਗੋਦ ਪਾਏ ਤੁਝ ਹਮਨੇ ਦਿਓ। ਮਾਤਾ ਸੁਲੱਖਣੀ ਜੀ। ਜ਼ਰਾ ਪਿੱਛੇ ਝਾਤ ਮਾਰੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਸਮੇਂ ਮਾਤਾ ਸੁਲੱਖਣੀ ਜੀ ਦੀ ਭੂਮਿਕਾ ਅਹਿਮ ਸੀ। ਉਹਨਾਂ ਪਤੀ ਗੁਰੂ ਦੀ ਰਜ਼ਾ ਵਿੱਚ ਰਹਿੰਦਿਆਂ ਗੁਰੂ ਜੀ ਦੇ ਮਿਸ਼ਨ ਨੂੰ ਅੱਗੇ ਤੋਰਨ ਵਿੱਚ ਬੜਾ ਹਿੱਸਾ ਪਾਇਆ। ਬੀਬੀ ਭਾਨੀ ਜੀ ਨੂੰ ਗੁਰੂ ਪੁੱਤਰੀ, ਗੁਰੂ ਪਤਨੀ, ਗੁਰੂ ਮਾਂ ਹੋਣ ਦਾ ਮਾਣ ਹਾਸਲ ਹੈ, ਜਿਨ੍ਹਾਂ ਪਿਤਾ ਗੁਰੂ ਅਮਰਦਾਸ ਜੀ ਦੀ ਅਥਾਹ ਸੇਵਾ ਦੇ ਬਲ ਨਾਲ ਇਤਿਹਾਸ ਦਾ ਰੁਖ ਬਦਲ ਦਿੱਤਾ। ਮਾਤਾ ਗੁਜਰੀ ਜੀ। ਗੁਰੂ ਤੇਗ ਬਹਾਦਰ ਜੀ ਦੀ ਸੁਪਤਨੀ ਮਾਤਾ ਗੁਜਰੀ ਜੀ ਦੀ ਭੂਮਿਕਾ ਦੇ ਇਤਿਹਾਸਿਕ ਮਹੱਤਵ ਨੂੰ ਕੌਣ ਭੁਲਾ ਸਕਦਾ ਹੈ। ਆਪ ਨੇ ਠੰਡੇ ਬੁਰਜ ਵਿੱਚ ਬੈਠ ਕੇ ਆਪਣੇ ਮਾਸੂਮ ਪੋਤਰਿਆਂ ਨੂੰ ਨਿਰਭੈਤਾ ਦਾ ਪਾਠ ਪੜ੍ਹਾਇਆ ਤੇ ਆਪ ਸ਼ਹਾਦਤ ਪ੍ਰਾਪਤ ਕਰਕੇ ਸਿੱਖ ਇਤਿਹਾਸ ਵਿੱਚ ਪਹਿਲੀ ਇਸਤਰੀ ਸ਼ਹੀਦ ਹੋਣ ਦਾ ਰੁਤਬਾ ਪ੍ਰਾਪਤ ਕੀਤਾ। ਮਾਤਾ ਸੁੰਦਰੀ ਜੀ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਉਹਨਾਂ ਦੀ ਸੁਪਤਨੀ ਮਾਤਾ ਸੁੰਦਰੀ ਜੀ ਲਗਭਗ 40 ਸਾਲ ਖਾਲਸਾ ਪੰਥ ਦੀ ਸਫਲ ਅਗਵਾਈ ਕਰਦੇ ਰਹੇ। ਅੰਤ ਵਿੱਚ ਲੇਖਕ ਕਹਿਣਾ ਚਾਹੁੰਦਾ ਹੈ ਕਿ ਸਿੱਖ ਇਤਿਹਾਸ ਵਿੱਚ ਗੁਰੂ ਮਹਿਲਾਂ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਸੀ, ਪਰੰਤੂ ਖੋਜਕਾਰਾਂ ਦੀ ਇਸ ਪੱਖ ਵੱਲੋਂ ਬੇਧਿਆਨ ਰਹੀ ਹੈ। ਸਿੱਖ ਧਰਮ ਵਿੱਚ ਗੁਰੂ ਮਹਿਲਾਂ ਨੂੰ ਨਿਵੇਕਲਾ ਰੁਤਬਾ ਹਾਸਲ ਹੈ। ਸੋ ਇਹ ਸੀਗਾ ਸਾਡੇ ਕੋਲ ਡਾਕਟਰ ਜਸਪਾਲ ਸਿੰਘ ਦਾ ਲਿਖਿਆ ਹੋਇਆ ਗੁਰੂ ਮਹਿਲਾਂ ਦੀ ਨਿਵੇਕਲੀ ਦੇਣ। ਅਸੀਂ ਇਹਦੇ ਵਿੱਚ ਗੁਰੂਆਂ ਦੇ ਨਾਲ ਉਹਨਾਂ ਦੀਆਂ ਪਤਨੀਆਂ ਦਾ ਕੀ ਰੋਲ ਸੀਗਾ, ਕੀ ਉਹਨਾਂ ਦੀ ਭੂਮਿਕਾ ਸੀਗੀ, ਉਹਨਾਂ ਦਾ ਕ੍ਰੈਡਿਟ ਕਿਆ ਸੀਗਾ ਸਿੱਖ ਧਰਮ ਨੂੰ ਬਣਾਉਣ ਦੇ ਵਿੱਚ, ਅਸੀਂ ਇਹਦੇ ਬਾਰੇ ਇਸ ਵਿੱਚ ਪੜ੍ਹਿਆ। ਸੋ ਥੈਂਕ ਯੂ।